ਹੈਲੋ ਡੀਅਰ ਸਟੂਡੈਂਟ। ਅੱਜ ਆਪਣਾ ਵਿਸ਼ਾ ਹੈ ਜੀ +2 ਪੰਜਾਬੀ ਸਾਹਿਤ ਦਾ ਸਾਹਿਤ ਰੂਪ ਦੇ ਵਿੱਚ ਇਕਾਂਗੀ ਕਰਾਂਗੇ। ਇਕਾਂਗੀ ਦੇ ਵਿੱਚ ਆਪਾਂ ਇਕਾਂਗੀ ਦੀ ਪਰਿਭਾਸ਼ਾ, ਅਰਥ ਅਤੇ ਤੱਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਸ਼ੁਰੂ ਕਰਦੇ ਹਾਂ। ਇਕਾਂਗੀ ਆਧੁਨਿਕ ਪੰਜਾਬੀ ਸਾਹਿਤ ਵਿੱਚੋਂ ਪੈਦਾ ਹੋਇਆ ਸਾਹਿਤ ਰੂਪ ਹੈ। ਵੀ ਜਿਹੜਾ ਇਕਾਂਗੀ ਹੈ, ਆਧੁਨਿਕ ਸਮੇਂ ਦੇ ਵਿੱਚ ਜਿਹੜੀ ਪੰਜਾਬੀ ਸਾਹਿਤ ਆਇਆ ਸੀ ਉਹਦੇ ਵਿੱਚੋਂ ਹੀ ਇਹ ਪੈਦਾ ਹੋਇਆ ਹੈ। ਇਹ ਅਸਲੋਂ ਪੱਛਮ ਦੀ ਦੇਣ ਹੈ। ਵੀ ਜਿਹੜੇ ਆਪਣੇ ਪੱਛਮ ਦੇਸ਼ 'ਚੋਂ ਜਦੋਂ ਆਪਣੇ ਦੇਸ਼ ਦੇ ਵਿੱਚ ਆਏ ਲੋਕ ਜਾਂ ਉੱਧਰ ਗਏ ਤਾਂ ਉਹਨਾਂ ਦੀ ਦੇਣ ਆਪਾਂ ਨੂੰ ਹੈ ਪੱਛਮ ਦੇ ਦੇਸ਼ਾਂ ਦੀ। ਇਸ ਵਿੱਚ ਸਾਰੇ ਤੱਤ ਹੋਣ ਦੇ ਬਾਵਜੂਦ ਵੀ ਇਸ ਦੀ ਆਪਣੀ ਸੁਤੰਤਰ ਹੋਂਦ ਹੈ। ਇਸ ਵਿੱਚ ਜੀਵਨ ਦੇ ਕਿਸੇ ਇੱਕ ਘਟਨਾ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਘਟਨਾ ਵਿੱਚ ਉਹ ਘਟਨਾ ਆਪਣੇ ਆਪ ਵਿੱਚ ਪੂਰੀ ਹੁੰਦੀ ਹੈ। ਇਹਦੀ ਇਕਾਂਗੀ ਦੀ ਇੱਕ ਵਿਸ਼ੇਸ਼ਤਾ ਹੈ ਕਿ ਜਿਸ ਘਟਨਾ ਦਾ ਆਪਾਂ ਗੱਲ ਕਰਾਂਗੇ ਉਹ ਘਟਨਾ ਆਪਣੇ ਆਪ ਦੇ ਵਿੱਚ ਉਹ ਪੂਰੀ ਹੋਏਗੀ। ਆਕਾਰ ਪੱਖੋਂ ਇਹ ਛੋਟੀ ਹੋਣ ਕਰਕੇ ਇਹ ਘਟਨਾ ਪਾਠਕਾਂ, ਦਰਸ਼ਕਾਂ ਦੇ ਮਨਾਂ 'ਤੇ ਡੂੰਘਾ ਅਸਰ ਪਾਉਂਦੀ ਹੈ। ਵੀ ਇਹਦਾ ਜਿਹੜਾ ਜਿਹੜੀ ਇਕਾਂਗੀ ਦੀ ਆਕਾਰ ਹੈ ਲਿਖਣ ਦਾ, ਇਕਾਂਗੀ ਦਾ ਇੱਕ ਨਾਟਕ ਦੀ ਤਰ੍ਹਾਂ ਇਕਾਂਗੀ ਹੈ। ਇਹਦਾ ਜਿਹੜਾ ਆਕਾਰ ਹੈ ਉਹ ਨਾਟਕ ਨਾਲੋਂ ਹੋਰਾਂ ਨਾਲੋਂ ਛੋਟਾ ਹੈ। ਇਕਾਂਗੀ ਦਾ ਭਾਵ ਹੈ ਇੱਕ ਅੰਗ ਜਾਂ ਅੰਕ ਵਾਲਾ, ਆਪਾਂ ਕਹਿ ਸਕਦੇ ਹਾਂ। ਇਕਾਂਗੀ ਅੰਗਰੇਜ਼ੀ ਦੇ ਵਨ ਐਕਟ ਪਲੇ, ਵਨ ਦਾ ਮਤਲਬ ਐਕਟ ਦਾ ਮਤਲਬ ਆਪਾਂ ਰੋਲ ਕਰ ਰਹੇ ਹਾਂ, ਪਲੇ ਦਾ ਮਤਲਬ ਅਦਾ ਕਰਨਾ। ਜਿਹੜਾ ਕੋਈ ਆਪਣਾ ਇੱਕ ਅੰਗ ਦਾ ਪੰਜਾਬੀ ਰੂਪਾਂਤਰਨ ਹੈ। ਇਸ ਵਿੱਚ ਛੋਟੀ ਜਿਹੀ ਘਟਨਾ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸ ਵਿੱਚ ਅੱਗੇ ਕਈ ਝਾਕੀਆਂ ਹੋ ਸਕਦੀਆਂ ਹਨ। ਵੀ ਦੇਖੋ, ਇਹਦਾ ਇੱਕ ਛੋਟਾ ਰੂਪ ਹੁੰਦਾ ਹੈ, ਇਹਦੇ ਕਈ ਛੋਟੇ ਰੂਪਾਂ ਦੇ ਵਿੱਚ ਇਹ ਤਿਆਰ ਕੀਤੀ ਜਾਂਦੀ ਹੈ। ਇਹਦਾ ਰੂਪ ਵੱਡਾ ਨਹੀਂ ਹੁੰਦਾ, ਅਗਲੇ ਕੁਝ ਹਿੱਸਿਆਂ 'ਚ ਵੰਡ ਕੇ ਤਿਆਰ ਕੀਤੀ ਜਾਂਦੀ ਹੈ। ਇਕਾਂਗੀ ਉਹ ਨਾਟਕੀ ਰੂਪ ਹੈ ਜੋ ਜੀਵਨ ਦੇ ਕਿਸੇ ਟੋਟੇ ਨੂੰ ਗਿਣੇ ਚੁਣੇ ਪਾਤਰਾਂ ਰਾਹੀਂ ਪ੍ਰਭਾਵ ਅਤੇ ਕਾਰਜ ਦੀ ਏਕਤਾ ਕਾਇਮ ਰੱਖਦੇ ਹੋਏ ਸੀਮਿਤ ਸਮੇਂ ਵਿੱਚ ਰੰਗਮੰਚ ਉੱਤੇ ਸਾਕਾਰ ਕਰਦਾ ਹੈ। ਇਹਦੀ ਕੀ ਹੈ? ਦੂਜੀ ਵਿਸ਼ੇਸ਼ਤਾ ਨਾਟਕੀ ਰੂਪ ਹੈ, ਨਾਟਕ ਦੀ ਤਰ੍ਹਾਂ ਹੀ ਖੇਡਿਆ ਜਾਂਦਾ ਹੈ ਅਤੇ ਜੀਵਨ ਦਾ ਕਿਸੇ ਵੀ ਟੋਟੇ ਨਾਲ, ਜੀਵਨ ਦੇ ਕਿਸੇ ਵੀ ਵਿਸ਼ੇ ਨਾਲ ਸੰਬੰਧਿਤ ਹੋਊਗਾ। ਇਹਦੇ ਜਿਹੜੇ ਪਾਤਰ ਹੈ ਉਹ ਗਿਣੇ ਚੁਣੇ ਹੋਣਗੇ। ਨਾਟਕ ਵਾਂਗੂ, ਕਹਾਣੀਆਂ ਵਾਂਗੂ ਬਾਹਲੇ ਪਾਤਰ ਨਹੀਂ ਹੋਣਗੇ, ਗਿਣਵੇਂ ਚੁਣਵੇਂ। ਉਹਨਾਂ ਦਾ ਪ੍ਰਭਾਵ ਬਹੁਤ ਹੋਊਗਾ ਅਤੇ ਉਹਨਾਂ ਦਾ ਕਾਰਜ ਦੇ ਵਿੱਚ, ਕੰਮ ਕਰਨ ਦੇ ਵਿੱਚ, ਉਹਨੂੰ ਰੋਲ ਕਰਨ ਦੇ ਵਿੱਚ ਉਹਨਾਂ ਦੀ ਏਕਤਾ ਕਾਇਮ ਰੱਖਣਗੇ ਅਤੇ ਸਮੇਂ ਦਾ ਖਾਸ ਧਿਆਨ ਰੱਖਣਗੇ। ਸਮੇਂ ਸੀਮਿਤ ਹੋਊਗਾ ਅਤੇ ਇਹ ਸੀਮਿਤ ਸਮੇਂ ਦੇ ਵਿੱਚ ਇਹ ਸਾਰਾ ਜਿਹੜਾ ਹੈ ਇਕਾਂਗੀ ਰੰਗਮੰਚ ਉੱਤੇ ਸਾਕਾਰ ਕਰਦਾ ਸਕਦਾ ਹੈ। ਪਰਿਭਾਸ਼ਾ ਹੈ ਜੀ, ਹਿੰਦੀ ਦੇ ਪ੍ਰਸਿੱਧ ਆਲੋਚਕ ਡਾਕਟਰ ਨਾਗੇਂਦਰ ਅਨੁਸਾਰ ਇਕਾਂਗੀ ਨਾਟਕ ਇੱਕ ਅੰਗ ਵਾਲੇ ਨਾਟਕ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਜੀਵਨ ਦੇ ਵਿਸ਼ਾਲ ਵਿਸ਼ਲੇਸ਼ਣ ਦੀ ਥਾਂ ਜੀਵਨ ਦੀ ਕਿਸੇ ਇੱਕ ਮਹੱਤਵਪੂਰਨ ਘਟਨਾ ਦਾ ਵਰਣਨ ਹੁੰਦਾ ਹੈ। ਵੀ ਜਿਹੜੀ ਇਕਾਂਗੀ ਹੈ ਇੱਕ ਨਾਟਕ ਦਾ ਹੀ ਅੰਗ ਹੈ, ਪਰ ਇਸ ਅੰਗ ਦੇ ਵਿੱਚ ਜੀਵਨ ਦਾ ਵਿਸ਼ਾਲ ਵਿਸ਼ਲੇਸ਼ਣ ਦੀ ਥਾਂ 'ਤੇ ਵੀ ਆਪਾਂ ਜੀਵਨੀ ਲਿਖਦੇ ਹਾਂ, ਜਿਵੇਂ ਉਹਦੇ ਵਿੱਚ ਸਾਰਾ ਜਨਮ ਮਰਨ ਜਿੰਨੀਆਂ ਘਟਨਾਵਾਂ ਸਾਰੀਆਂ ਲਿਖੀਆਂ ਜਾਂਦੀਆਂ, ਪਰ ਇਹਦੇ ਵਿੱਚ ਵਿਸ਼ਲੇਸ਼ਣ ਦੀ ਥਾਂ 'ਤੇ ਜੀਵਨ ਦੀ ਕਿਸੇ ਇੱਕ ਮਹੱਤਵਪੂਰਨ ਘਟਨਾ ਦੀ ਗੱਲ ਕਰਦੇ ਹੈ, ਉਸ ਨੂੰ ਚਿੱਤਰਦੇ ਹੈ। ਵੀ ਕੋਈ ਬੰਦਾ ਹੈ, ਉਹਦੇ ਜੀਵਨ ਤੋਂ ਪ੍ਰਭਾਵਿਤ ਹੋਏ ਤਾਂ ਉਹਦੇ ਜਿਹੜੇ ਮੇਨ ਗੱਲਾਂ ਕੀ ਸੀ, ਉਹਦਾ ਜਿਹੜਾ ਮਹੱਤਵਪੂਰਨ ਤੱਤ ਕੀ ਸੀ, ਉਸ ਘਟਨਾ ਦੀ ਇਹ ਚਿੱਤਰਣ ਹੁੰਦਾ ਹੈ। ਡਾਕਟਰ ਰੋਸ਼ਨ ਲਾਲ ਆਹੂਜਾ ਅਨੁਸਾਰ ਇਕਾਂਗੀ ਵਿੱਚ ਦਰਸ਼ਨ ਜਾਂ ਫਲਸਫੇ ਦੀ ਥਾਂ ਨਹੀਂ ਹੋ ਸਕਦੀ, ਕਿਉਂਕਿ ਇਹ ਜੀਵਨ ਦੀ ਝਲਕ ਪੇਸ਼ ਕਰਦੀ ਹੈ। ਇਕਾਂਗੀ ਦੇ ਤੱਤ, ਬਣਤਰ ਦੇ ਪੱਖ ਤੋਂ ਇਕਾਂਗੀ ਨਾਟਕ ਨੂੰ ਬਾਕੀ ਸਾਹਿਤਕ ਰੂਪ ਨਾਲੋਂ ਨਿਖੇੜ ਕਰਨ ਵਾਲੇ ਕੁਝ ਬੁਨਿਆਦੀ ਤੱਤ
ਵਿਚਾਰਯੋਗ ਹਨ। ਇਕਾਂਗੀ ਦੇ ਬੁਨਿਆਦੀ ਤੱਤਾਂ ਦੇ ਹੇਠ ਲਿਖੇ ਅਨੁਸਾਰ ਹਨ, ਜੋ ਸਮੇਂ-ਸਮੇਂ ਆਲੋਚਕਾਂ ਦਾ ਚਰਚਾ ਦਾ ਵਿਸ਼ਾ ਰਹੇ ਹਨ। ਸ਼ੁਰੂ ਕਰਦੇ ਹਾਂ। ਇਕਾਂਗੀ ਦਾ ਪਹਿਲਾ ਤੱਤ ਕਥਾ ਵਸਤੂ ਜਾਂ ਪਲਾਟ। ਕਥਾ ਵਸਤੂ ਹੈ, ਇਹ ਇਕਾਂਗੀ ਦਾ ਮਹੱਤਵਪੂਰਨ ਤੱਤ ਰਿਹਾ ਹੈ। ਇਸ ਤੋਂ ਬਿਨਾਂ ਇਕਾਂਗੀ ਦਾ ਜਿਹੜਾ ਢਾਂਚਾ ਹੈ ਉਹ ਖੜਾ ਨਹੀਂ ਹੋ ਸਕਦਾ। ਜਿਸ ਤਰ੍ਹਾਂ ਮਕਾਨ ਨੂੰ ਖੜਾ ਕਰਨ ਵਾਸਤੇ ਨਿਉਂ ਦੀ ਬਹੁਤ ਵੱਡੀ ਜ਼ਰੂਰਤ ਹੁੰਦੀ ਹੈ। ਨਿਉਂ ਦੇ ਬਿਨਾਂ ਨੀਂਹ ਦੇ ਬਿਨਾਂ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਮਕਾਨ ਨਿਉਂ ਦੇ ਬਿਨਾਂ ਖੜਾ ਨਹੀਂ ਕੀਤਾ ਜਾ ਸਕਦਾ। ਜਿਹੜਾ ਇਕਾਂਗੀ ਦਾ ਢਾਂਚਾ ਹੈ, ਇਹਦੀ ਨਿਉਂ ਹੈ, ਇਹ ਕਥਾਨਕ ਜਾਂ ਪਲਾਟ 'ਤੇ ਨਿਰਭਰ ਕਰਦੀ ਹੈ। ਇਹ ਬਹੁਤ ਹੀ ਜ਼ਰੂਰੀ ਤੱਤ ਹੈ। ਨਾਟਕ ਨਾਲੋਂ ਇਕਾਂਗੀ ਦੀ ਕਥਾ ਵਸਤੂ ਸੀਮਿਤ ਹੁੰਦੀ ਹੈ। ਨਾਟਕ ਦੀ ਵਿਸ਼ਾਲ ਹੁੰਦੀ ਹੈ, ਪਰ ਇਹਦੀ ਜਿਹੜੀ ਉਹ ਕਥਾ ਵਸਤੂ ਕੀ ਹੋਊਗੀ, ਇੱਕ ਸੀਮਿਤ ਦਾਇਰੇ ਦੇ ਵਿੱਚ ਹੋਊਗੀ, ਜ਼ਿਆਦਾ ਉਹਦਾ ਫੈਲਾਅ ਨਹੀਂ ਹੁੰਦਾ। ਇਸ ਵਿੱਚ ਜੀਵਨ ਦੀ ਕਿਸੇ ਇੱਕ ਘਟਨਾ ਨੂੰ ਪੇਸ਼ ਕੀਤਾ ਜਾਂਦਾ ਹੈ। ਇਕਾਂਗੀ ਵਿੱਚ ਵਿਸ਼ੇ ਦੀ ਇਕਾਗਰਤਾ ਵੀ ਬਹੁਤ ਜ਼ਰੂਰੀ ਹੈ। ਹੁਣ ਦੇਖੋ, ਇਹਦੇ ਵਿੱਚ ਜਿਹੜੀ ਜੀਵਨ ਦੀ ਸਾਰੀਆਂ ਘਟਨਾਵਾਂ ਨਹੀਂ ਲਿੱਤੀਆਂ ਜਾਂਦੀਆਂ, ਉਸ ਘਟਨਾ ਦਾ ਚਿੱਤਰਨ ਕੀਤਾ ਜਾਂਦਾ ਹੈ ਜੋ ਘਟਨਾ ਵਿਸ਼ੇਸ਼ ਹੋਵੇ, ਉਸ ਦਾ ਆਪਾਂ ਇਹਦੇ ਵਿੱਚ ਚਿੱਤਰਨ ਕਰਦੇ ਹਾਂ। ਇਕਾਂਗੀ ਵਿੱਚ ਵਿਸ਼ੇ ਦੀ ਇਕਾਗਰਤਾ ਬਹੁਤ ਜ਼ਰੂਰੀ ਹੈ। ਇਕਾਗਰ ਹੋ ਕੇ ਜਿਹੜੀ ਉਹਨਾਂ ਨੇ, ਕਿਉਂਕਿ ਇਹ ਛੋਟਾ ਰੂਪ ਹੁੰਦਾ, ਜਿੰਨਾ ਉਹਨਾਂ ਨੇ ਪੇਸ਼ ਕਰਨਾ ਹੈ ਉਹ 'ਤੇ ਇਕਾਗਰ ਹੋਣਾ ਚਾਹੀਦਾ, ਉਹ 'ਤੇ ਪੂਰਾ ਧਿਆਨ ਹੁੰਦਾ, ਕੌਂਸਨਟਰੇਟ ਹੁੰਦਾ, ਪੂਰਾ ਇਕਾਗਰਤਾ ਹੁੰਦੀ ਹੈ। ਅਤੇ ਕਥਾਨਕ ਵਿੱਚ ਸੰਖੇਪਤਾ ਦਾ ਹੋਣਾ ਬਹੁਤ ਵੀ ਜ਼ਰੂਰੀ ਹੈ। ਆਮ ਤੌਰ 'ਤੇ ਇਸ ਦਾ ਸਾਰਾ ਕੰਮ 15 ਮਿੰਟਾਂ ਤੋਂ ਲੈ ਕੇ 45 ਕੁ ਮਿੰਟਾਂ ਤੱਕ ਸਮਾਪਤ ਹੋ ਜਾਣਾ ਚਾਹੀਦਾ ਹੈ, ਜਿਹੜੀ ਸਹੀ ਇਕਾਂਗੀ ਹੋਏਗੀ। ਦੂਜਾ ਹੈ ਪਾਤਰ ਅਤੇ ਪਾਤਰ ਉਸਾਰੀ। ਇਕਾਂਗੀ ਵਿੱਚ ਪਾਤਰਾਂ ਦੀ ਗਿਣਤੀ ਬਹੁਤ ਸੀਮਿਤ ਹੁੰਦੀ ਹੈ। ਇਸ ਵਿੱਚ ਜੋ ਵੀ ਪਾਤਰ ਹੁੰਦੇ ਹਨ ਉਹ ਜਾਣੇ ਪਹਿਚਾਣੇ ਅਤੇ ਪ੍ਰਤੀਨਿਧੀ ਪਾਤਰ ਲੱਗਣੇ ਚਾਹੀਦੇ ਹਨ। ਵੀ ਜਿਸ ਪਾਤਰਾਂ ਦੀ ਉਹ ਗੱਲ ਕਰੇ, ਉਹਦਾ ਆਪਾਂ ਨੂੰ ਪਤਾ, ਹਾਂ ਵੀ ਆਪਾਂ ਇਸ ਪਾਤਰ ਨਾਲ ਸੁਣਿਆ ਹੈ, ਵੀ ਇਸ ਤਰ੍ਹਾਂ ਦੇ ਜੋ ਇਹ ਜਿਸ 'ਤੇ ਇਕਾਂਗੀ ਦਾ ਜਿਹੜਾ ਰੋਲ ਕਰ ਰਹੇ, ਇਕਾਂਗੀ ਲਿਖੀ ਹੈ, ਇਕਾਂਗੀ ਨਾਟਕੀ ਰੂਪ ਦੇ ਵਿੱਚ ਰੰਗਮੰਚ ਉੱਤੇ ਪੇਸ਼ ਕਰ ਰਹੇ, ਤਾਂ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਇਹ ਜਾਣੇ ਪਹਿਚਾਣੇ ਹੈ। ਪਾਤਰਾਂ ਦੀ ਚੋਣ ਤੋਂ ਬਾਅਦ ਇਕਾਂਗੀਕਾਰ ਜਿੰਨੇ ਵਧੀਆ ਢੰਗ ਨਾਲ ਉਹਨਾਂ ਦੀ ਪਾਤਰ ਉਸਾਰੀ ਕਰੇਗਾ, ਇਕਾਂਗੀ ਓਨੀ ਹੀ ਸਫਲ ਹੋਏਗੀ। ਹੁਣ ਪਾਤਰ ਚੁਣ ਲਏ, ਪਾਤਰ ਚੁਣਨ ਤੋਂ ਬਾਅਦ ਹੁਣ ਸਾਰਾ ਕੰਮ ਇਕਾਂਗੀਕਾਰ 'ਤੇ ਹੁੰਦਾ। ਪਹਿਲਾਂ ਇਕਾਂਗੀ ਲਿਖੀ ਜਾਊਗੀ, ਫਿਰ ਉਹਨੂੰ ਰੰਗਮੰਚ 'ਤੇ ਖੇਡਿਆ ਜਾਂਦਾ ਹੈ, ਦਿਖਾਇਆ ਜਾਂਦਾ ਹੈ, ਤਾਂ ਉਹ ਸਾਰਾ ਕੰਮ ਹੁਣ ਇਕਾਂਗੀਕਾਰ 'ਤੇ ਨਿਰਭਰ ਕਰਦਾ ਹੈ। ਪਾਤਰਾਂ ਨੂੰ ਸੁਭਾਅ, ਭਾਸ਼ਾ, ਵਾਰਤਾਲਾਪ, ਕਾਰਜ ਅਤੇ ਸੰਕੇਤਾਂ ਰਾਹੀਂ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਕਿ ਉਹ ਪਾਤਰ ਜਿਉਂਦੇ ਜਾਗਦੇ ਪ੍ਰਤੀਤ ਹੋਣ ਲੱਗ ਪੈਣ। ਜਿਹੜੇ ਪਾਤਰਾਂ ਦਾ ਆਪਾਂ ਉੱਥੇ ਗੱਲ ਕਰ ਰਹੇ ਹਾਂ, ਉਹ ਜਦੋਂ ਦਰਸ਼ਕ ਸਰੋਤੇ ਜਦੋਂ ਸੁਣਨ ਤਾਂ ਉਹਨਾਂ ਨੂੰ ਲੱਗੇ ਵੀ ਇਹ ਵਾਸਤਵ ਸਾਡੇ ਆਲੇ ਦੁਆਲੇ ਇਹ ਜਿਉਂਦੇ ਜਾਗਦੇ ਹਨ। ਤੀਜਾ ਹੈ ਜੀ ਵਾਰਤਾਲਾਪ। ਇਕਾਂਗੀ ਵਿੱਚ ਲੰਮੇ ਸਮੇਂ ਦੀ ਵਾਰਤਾਲਾਪ ਦੀ ਗੁੰਜਾਇਸ਼ ਦਰਸ਼ਕਾਂ 'ਤੇ ਪ੍ਰਭਾਵ ਪਾਉਣ ਵਾਲੀ ਹੋਣੀ ਚਾਹੀਦੀ ਹੈ। ਵਾਰਤਾਲਾਪ, ਜਿਹੜੇ ਪਾਤਰਾਂ ਦੇ ਵਿੱਚ ਵਾਰਤਾਲਾਪ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਉਹ ਇੱਕ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਪੂਰੇ ਵੀ ਜਿਹੜੀ ਮੇਨ ਗੱਲ ਹੋਵੇ, ਜਿਹਨੂੰ ਸੁਣ ਕੇ ਦਰਸ਼ਕ ਹੈ ਉਹ ਪ੍ਰਭਾਵਿਤ ਹੋਣ, ਤਾਂ ਕਿ ਪਾਤਰਾਂ ਦੀ ਇਕਾਗਰਤਾ ਬਣੀ ਰਹੇ। ਤਾਂ ਪਾਤਰਾਂ ਦੀ ਇਕਾਗਰਤਾ ਬਣਾਉਣ ਲਈ ਆਪਾਂ ਨੂੰ ਜਿਹੜੀ ਇਕਾਂਗੀ ਹੈ ਉਹਦੀ ਜਿਹੜੀ ਭਾਸ਼ਾ ਹੈ, ਉਹਦੀ ਜਿਹੜੀ ਵਾਰਤਾਲਾਪ ਹੈ, ਉਹ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ। ਬੇਲੋੜੇ ਵਾਕ ਇਕਾਂਗੀ ਵਿੱਚ ਨਹੀਂ ਹੋਣੇ ਚਾਹੀਦੇ।
ਜਿਹੜੀ ਗੱਲ ਦੀ ਲੋੜ ਨਹੀਂ, ਫਜ਼ੂਲ ਦੀਆਂ ਫਾਲਤੂ ਦੀਆਂ ਗੱਲਾਂ ਉਹਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਸਿਰਫ ਤੇ ਸਿਰਫ ਮਹੱਤਵਪੂਰਨ ਗੱਲਾਂ ਹੋਣੀਆਂ ਚਾਹੀਦੀਆਂ ਹਨ। ਸਿਰਫ ਉਹੀ ਵਾਕ ਵਰਤੇ ਜਾਣ ਜਿਹੜੇ ਕਹਾਣੀ ਨੂੰ ਅੱਗੇ ਤੋਰਦੇ ਹੈ ਅਤੇ ਉਸ ਦੇ ਉਦੇਸ਼ ਜਾਂ ਮੰਤਵ ਨੂੰ ਸਪਸ਼ਟ ਕਰ ਸਕਣ। ਵੀ ਜਿਸ ਉਹਦਾ ਉਦੇਸ਼ ਨਾਲ ਇਕਾਂਗੀ ਲਿਖੀ ਗਈ ਹੈ ਉਸ ਦੇ ਨਾਲ ਮਿਲਦੇ ਜੁਲਦੇ ਉਸ 'ਤੇ ਹੀ ਵਾਕ ਹੋਣਾ ਚਾਹੀਦਾ ਹੈ। ਗੱਲ ਉਸ ਬਾਰੇ ਹੋਣੀ ਚਾਹੀਦੀ ਹੈ, ਉਸ ਤੋਂ ਹਟ ਕੇ ਵਿਸ਼ੇ 'ਤੇ ਗੱਲ ਨਹੀਂ ਹੋਣੀ ਚਾਹੀਦੀ। ਜੋ ਇਕਾਂਗੀ ਚੱਲ ਰਹੀ ਹੈ ਉਸ 'ਤੇ ਹੀ ਉਸ ਨੂੰ ਤੋਰੇ। ਦੇਸ਼ ਕਾਲ ਅਤੇ ਵਾਤਾਵਰਣ। ਵਾਤਾਵਰਣ ਅਤੇ ਦੇਸ਼ ਕਾਲ ਦਾ ਇਕਾਂਗੀ ਵਿੱਚ ਮੁੱਖ ਸਥਾਨ ਹੈ। ਇਕਾਂਗੀ ਦੀ ਹਰ ਘਟਨਾ ਕਿਸੇ ਦੇਸ਼ ਜਾਂ ਕਾਲ ਵਿੱਚ ਘਟੀ ਹੁੰਦੀ ਹੈ। ਵੀ ਜਿਹੜੀ ਇਕਾਂਗੀਕਾਰ ਘਟਨਾ ਤੇ ਘਟੀ ਹੋਈ ਘਟਨਾਵਾਂ ਦੇ ਬਾਰੇ ਲਿਖਿਆ ਜਾਂਦਾ ਹੈ, ਤਾਂ ਜਿਸ ਸਮੇਂ ਦੀ ਉਹ ਗੱਲ ਕਰ ਰਿਹਾ ਅਤੇ ਘਟਨਾਵਾਂ ਵੀ ਉਸ ਸਮੇਂ ਨਾਲ ਮੇਲ ਖਾਂਦੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਹੀ ਇਕਾਂਗੀ ਆਪਣੀ ਸਿੱਧ ਹੋ ਸਕਦੀ ਹੈ ਜਾਂ ਤਾਂ ਹੀ ਆਪਣੀ ਇਕਾਂਗੀ ਸਫਲ ਹੋ ਸਕਦੀ ਹੈ। ਇਸ ਲਈ ਇਕਾਂਗੀਕਾਰ ਨੂੰ ਘਟਨਾਵਾਂ ਅਤੇ ਪਾਤਰਾਂ ਦੀ ਯੋਜਨਾ ਉਸ ਦੇਸ਼ ਅਤੇ ਕਾਲ ਦੇ ਅਨੁਸਾਰ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾਂ ਸਮੇਂ, ਸਥਾਨ ਅਤੇ ਘਟਨਾ ਦੇ ਏਕਤਾ ਵੱਲ ਵੀ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਹ ਸੀ ਆਪਣਾ ਦੇਸ਼ ਕਾਲ ਅਤੇ ਵਾਤਾਵਰਨ। ਵੀ ਜਿਸ ਸਮੇਂ ਦੀ ਆਪਾਂ ਗੱਲ ਕਰ ਰਹੇ ਹਾਂ, ਜੋ ਘਟਨਾਵਾਂ ਆਪਾਂ ਦਿਖਾ ਰਹੇ ਹਾਂ, ਜਿਸ ਸਮੇਂ ਦੀ ਘਟਨਾ ਉਹਦੇ ਨਾਲ ਮਿਲਦੀ ਹੋਣੀ ਚਾਹੀਦੀ ਹੈ। ਸ਼ੈਲੀ। ਇਕਾਂਗੀਕਾਰ ਦੀ ਸ਼ੈਲੀ ਵਿਸ਼ੇ ਅਨੁਕੂਲ ਹੋਣੀ ਚਾਹੀਦੀ ਹੈ। ਜਿਹੜਾ ਆਪਣਾ ਵਿਸ਼ਾ ਹੈ, ਜਿਸ ਵਿਸ਼ੇ 'ਤੇ ਆਪਾਂ ਗੱਲ ਕਰ ਰਹੇ ਹਾਂ, ਉਹਦੇ ਨਾਲ ਦੀ ਹੋਣੀ ਚਾਹੀਦੀ ਹੈ। ਗੱਲ ਆਪਾਂ ਕੁਝ ਕਰ ਰਹੇ ਹਾਂ, ਵਿਸ਼ਾ ਆਪਣਾ ਕੁਝ ਹੈ ਅਤੇ ਜਿਹੜੀ ਭਾਸ਼ਾ ਆਪਣੀ ਕੁਝ ਹੋਰ ਕਿਸੇ ਹੋਰ ਪਾਸੇ ਜਾ ਰਹੀ ਹੈ। ਹਰੇਕ ਸ਼ਬਦ ਦਾ ਅਰਥ ਹੋਣਾ ਚਾਹੀਦਾ ਵੀ ਉਸ ਸ਼ਬਦ ਗਹਿਰਾਈ ਤੱਕ ਜਾਣ। ਪਾਤਰਾਂ ਦੀ ਰਹਿਣੀ ਬਹਿਣੀ ਅਤੇ ਸੋਚਣੀ ਅਨੁਸਾਰ ਹੀ ਸ਼ਬਦ ਚੋਣ ਚਾਹੀਦੀ ਹੈ, ਜੋ ਕਿ ਪਾਠਕਾਂ ਅਤੇ ਦਰਸ਼ਕਾਂ 'ਤੇ ਡੂੰਘਾ ਅਸਰ ਪਾ ਸਕੇ। ਸ਼ੈਲੀ ਦਾ ਆਪਾਂ ਨੂੰ ਖਾਸ ਧਿਆਨ ਰੱਖਣਾ ਪਊਗਾ, ਕਿਉਂਕਿ ਜਿਸ ਪਾਤਰ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਪਾਤਰ ਦਾ ਰਹਿਣ ਸਹਿਣ ਕਿਹੋ ਜਿਹਾ ਹੈ, ਜਿਸ ਸਮੇਂ ਦੀ ਗੱਲ ਕਰ ਰਹੇ ਹਾਂ, ਇਹਨਾਂ ਸਾਰਿਆਂ ਵਿਸ਼ਿਆਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਉਦੇਸ਼। ਇਕਾਂਗੀ ਕਿਸੇ ਖਾਸ ਉਦੇਸ਼ ਨੂੰ ਮੁੱਖ ਰੱਖ ਕੇ ਲਿਖੀ ਜਾਂਦੀ ਹੈ। ਕਿਸੇ ਇਕਾਂਗੀਕਾਰ ਦਾ ਅਧਿਐਨ ਅਤੇ ਮਹੱਤਵਪੂਰਨ ਅਨੁਭਵ ਉਹਦਾ ਜਿੰਨਾ ਜ਼ਿਆਦਾ ਵਿਸ਼ਾਲ ਅਤੇ ਗਹਿਰਾ ਹੋਵੇਗਾ, ਉਦੇਸ਼ ਓਨਾ ਹੀ ਮਹੱਤਵਪੂਰਨ ਅਤੇ ਜੀਵਨ ਦੀ ਅਗਵਾਈ ਕਰਨ ਵਾਲਾ ਹੋਵੇਗਾ। ਉਦੇਸ਼ ਦੇ ਵਿੱਚ ਆਪਣਾ ਖਾਸ ਕੰਮ ਕੀ, ਉਦੇਸ਼ ਨੂੰ ਮੁੱਖ ਰੱਖਣਾ। ਵੀ ਆਪਣਾ ਜਿਹੜੀ ਇਕਾਂਗੀ ਕਿਸ ਉਦੇਸ਼ 'ਤੇ ਲਿਖ ਰਹੇ ਹਾਂ, ਨਾਟਕ ਆਪਾਂ ਇਕਾਂਗੀ ਦਾ ਕਿਸ ਬੇਸ 'ਤੇ, ਆਪਣਾ ਉਦੇਸ਼ ਕੀ, ਆਪਣਾ ਮਕਸਦ ਕੀ ਹੈ, ਆਪਣਾ ਟਾਰਗੇਟ ਕੀ ਹੈ, ਉਹ ਆਪਣਾ ਮੁੱਖ ਹੋਣਾ ਚਾਹੀਦਾ। ਉਹ ਦਰਸ਼ਕਾਂ ਦੇ ਨੂੰ ਮਹਿਸੂਸ ਹੋਣਾ ਚਾਹੀਦਾ ਵੀ ਇਹ ਜਿਹੜੀ ਇਕਾਂਗੀ ਹੈ ਇਸ ਵਿਸ਼ੇ ਕਰਕੇ ਲਿਖੀ ਗਈ ਹੈ, ਇਸ ਵਿਸ਼ੇ 'ਤੇ ਤਿਆਰ ਕੀਤੀ ਗਈ ਹੈ। ਤਾਂ ਉਹ ਤਾਂ ਹੀ ਲਿਖ ਸਕਦਾ ਹੈ ਜੇ ਇਕਾਂਗੀਕਾਰ ਨੂੰ ਅਨੁਭਵ ਜਿੰਨਾ ਜ਼ਿਆਦਾ ਹੋਊਗਾ, ਉਹਦੀ ਸੋਚਣ ਸ਼ਕਤੀ, ਉਹਦੀ ਵਿਸ਼ਾਲਤਾ ਜਿੰਨੀ ਜ਼ਿਆਦਾ ਹੋਊਗਾ, ਉਹ ਜਿੰਨਾ ਗਹਿਰਾ ਜਾ ਸਕਦਾ ਹੈ, ਓਨਾ ਹੀ ਉਹਦਾ ਮਹੱਤਵਪੂਰਨ ਅਤੇ ਜੀਵਨ ਦੀ ਅਗਵਾਈ ਕਰਨ ਵਾਲਾ ਹੋਵੇਗਾ। ਇਕਾਂਗੀ ਵਿੱਚ ਲੇਖਕ ਦਾ ਉਦੇਸ਼ ਵਿਸ਼ੇ ਵਸਤੂ ਅਤੇ ਪਾਤਰਾਂ ਦੇ ਕਾਰਜ ਵਾਰਤਾਲਾਪ ਰਾਹੀਂ ਸਪਸ਼ਟ ਹੁੰਦੇ। ਵੀ ਜਿਹੜਾ ਉਹਦਾ ਉਦੇਸ਼ ਹੈ, ਉਹ ਕੀ ਉਦੇਸ਼ ਕਰਨਾ ਚਾਹੁੰਦਾ ਹੈ, ਉਹਦਾ ਉਦੇਸ਼ ਕੀ ਹੈ, ਉਹ ਇਹਨੂੰ ਸਪਸ਼ਟ ਕਰਨ ਲਈ ਉਹਦੇ ਜਿਹੜੇ ਪਾਤਰ ਹੈ ਬੋਲਣਗੇ, ਕਾਰਜ ਕਰਨਗੇ, ਉਹ ਕਾਰਜ ਹੀ ਵਾਰਤਾਲਾਪ ਰਾਹੀਂ ਸਾਰੇ ਜਿਹੜਾ ਉਦੇਸ਼ ਸਪਸ਼ਟ ਹੋਣਾ ਚਾਹੀਦਾ ਹੈ। ਫਿਰ ਹੈ ਲਾਸਟ ਬਿੰਦੂ ਆਪਣਾ ਰੰਗਮੰਚ। ਇਕਾਂਗੀ ਵਿੱਚ ਰੰਗਮੰਚ ਨੂੰ ਧਿਆਨ ਵਿੱਚ ਰੱਖਦਿਆਂ ਅਜਿਹੀਆਂ ਘਟਨਾਵਾਂ ਹੀ ਲਈਆਂ ਜਾਣ ਜਿਨ੍ਹਾਂ ਨੂੰ ਆਸਾਨੀ ਨਾਲ ਸਟੇਜ 'ਤੇ ਖੇਡਿਆ ਜਾ ਸਕੇ। ਹੁਣ ਆਪਾਂ ਇਕਾਂਗੀ ਲਿਖ ਰਹੇ ਹਾਂ, ਘਟਨਾਵਾਂ ਉਸ ਹਿਸਾਬ ਦੀ ਹੋਣੀ ਚਾਹੀਦੀ ਹੈ ਵੀ ਜਿਹਨੂੰ ਆਪਣੇ ਜਿਹੜੇ ਪਾਤਰ ਹੈ ਉਹ ਸਟੇਜ 'ਤੇ ਕਰ ਸਕਣ, ਉਹਨੂੰ ਸਪਸ਼ਟ ਉਹਨੂੰ ਦਿਖਾ ਸਕਣ ਰੰਗਮੰਚ 'ਤੇ ਦਰਸ਼ਕਾਂ ਨੂੰ ਜਿਹੜੇ ਘਟਨਾਵਾਂ ਹਨ। ਇਕਾਂਗੀ ਵਿੱਚ ਰੰਗਮੰਚ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਸਮਾਂ, ਸਥਾਨ ਅਤੇ ਕਾਰਜ ਦੀ ਏਕਤਾ ਵੱਲ ਪੂਰਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਇਹ ਸੀ ਆਪਣੀ ਇਕਾਂਗੀ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਪਰੋਕਤ ਤੱਤਾਂ ਦੇ ਆਧਾਰ 'ਤੇ ਹੀ ਇਕਾਂਗੀ ਆਪਣੀ ਵੱਖਰੀ ਹੋਂਦ ਸਥਾਪਿਤ ਕਰਦੀ ਹੈ। ਇਸ ਦੇ ਤੱਤ ਨਾਟਕ ਨਾਲ ਮਿਲਦੇ ਜੁਲਦੇ ਦਿੱਤੇ ਜਾਣੇ ਚਾਹੀਦੇ ਹਨ। ਇਹ ਸੀ ਆਪਣਾ ਸਾਹਿਤ ਦਾ ਤੀਜਾ ਭਾਗ, ਆਪਣਾ ਇਕਾਂਗੀ। ਉਮੀਦ ਕਰਦਾ ਹਾਂ ਤੁਸੀਂ ਲਾਈਕ ਕਰੋਗੇ, ਕਮੈਂਟ ਕਰੋਗੇ ਅਤੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋਗੇ। ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰੋ। ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।